ਜਿਨ੍ਹਾਂ ਲੋਕਾਂ ਦੀ ਆਪਣੀ ਜ਼ਮੀਨ ਨਹੀਂ, ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ? ਕਿਉਂ ਨਹੀਂ ਕਰਨਾ ਚਾਹੀਦਾ ਜਨਾਬ, ਸਾਰਿਆਂ ਨੂੰ ਕਰਨਾ ਚਾਹੀਦਾ। ਇਹਦਾ ਇਹ ਤਾਂ ਨਹੀਂ ਨਾ ਮਕਸਦ ਵੀ ਜਿਨ੍ਹਾਂ ਦੀ ਜ਼ਮੀਨ ਨਹੀਂ ਉਹ ਟੁੱਕਰ ਨਹੀਂ ਖਾਂਦੇ, ਟੁੱਕਰ ਅੱਲਾ ਪਾਕ ਉਹਨਾਂ ਨੂੰ ਦਿੰਦਾ ਹੁੰਦਾ ਤੇ ਜ਼ਮੀਨਾਂ 'ਚ ਹੀ ਹੈ ਨਾ ਅਨਾਜ ਜਿੰਨਾ ਵੀ ਹੁੰਦਾ। ਲੇਕਿਨ ਜਿਹੜੇ ਬੇਜ਼ਮੀਨ ਨੇ ਉਹ ਵੀ ਖਾਂਦੇ ਨੇ, ਜਿਨ੍ਹਾਂ ਦੀਆਂ ਹੈ ਨੇ ਉਹ ਵੀ ਖਾਂਦੇ ਨੇ। ਬੜੀ ਗੱਲ ਹੈ, ਬੜੀ ਗੱਲ ਹੈ। ਜਿਹੜੇ ਨਹੀਂ ਆਪਣਾ ਜਿਨ੍ਹਾਂ ਦਾ ਕਾਰੋਬਾਰ ਨਹੀਂ ਜ਼ਮੀਨ, ਜਿਹੜੇ ਡੰਗਰ ਰੱਖ ਲੈਂਦੇ ਨੇ ਉਹਨਾਂ ਦੀ ਜ਼ਮੀਨ ਨਹੀਂ, ਉਹ ਵੀ ਆਪਣਾ ਬਾਹਰੋਂ ਪੱਠਾ ਦੱਥਾ ਮੁੱਲ ਲੈ ਕੇ ਪੇ ਪਾਉਂਦੇ। ਤੇ ਉਹਦੇ 'ਚ ਵੀ ਬਚਤ ਹੋ ਸਕਦੀ ਹੈ? ਕਿਉਂ ਨਹੀਂ ਹੋ ਸਕਦੀ ਜਨਾਬ। ਕਿੰਨੀ ਇਹਦੇ 'ਚ ਮਿਹਨਤ ਦਰਕਾਰ ਹੈ? ਕਿਹੜਾ ਕਾਰੋਬਾਰ ਹੈ ਜਨਾਬ ਜਿਹਦੇ 'ਚ ਨਹੀਂ ਘੁਲਣਾ ਪੈਂਦਾ ਜਾਂ ਜਿਹਦੇ 'ਚ ਮਿਹਨਤ ਨਹੀਂ ਹੈ? ਬੜੀ ਗੱਲ ਹੈ, ਬੜੀ ਗੱਲ ਹੈ। ਕੋਈ ਕਾਰੋਬਾਰ ਦੱਸੋ ਹਾਂ ਜਿਹਦੇ 'ਚ ਮਿਹਨਤ। ਫਰਜ਼ ਕੀਤਾ ਇੱਕ ਬੰਦਾ ਮੁਲਾਜ਼ਮ ਹੈ, ਸਵੇਰ ਉੱਠੇਗਾ ਟਾਈਮ ਨਾਲ, ਉਹ ਉਹਦੀ ਤਿਆਰੀ ਕਰੇਗਾ ਤੇ ਫੇਰ ਹੀ ਮੰਜ਼ਿਲ ਤੇ ਪਹੁੰਚੇਗਾ। ਹਾਂਜੀ ਗੱਲ ਹੈ। ਕੀ ਖਿਆਲ? ਯਾਨੀ ਮਿਹਨਤ ਕੋਲ ਨਾ ਡਰਨ। ਮਿਹਨਤ ਕੋਲੋਂ ਕਾਲੀ ਡਰਨਾ ਜਨਾਬ। ਸਹੀ। ਮਿਹਨਤ ਕਰਾਂਗੇ ਤੇ ਅੱਲਾਹ ਪਾਕ ਨੇ ਸਾਥ ਦੇਣਾ ਮਿਹਨਤ 'ਚ। ਤੇ ਕਾਰੋਬਾਰ ਐਸਾ ਹੈ ਜਿਹਦੇ 'ਚ ਮਿਹਨਤ ਨਹੀਂ ਹੁੰਦੀ। ਥੋੜੀ ਕੀ ਡੰਗਰ ਇਹ ਵਾਜੋ ਕਿ ਡੰਗਰ ਪੱਠੇ ਨਹੀਂ ਖਾਂਦਾ, ਅਸੀਂ ਦੇਸੀ ਜਿਹਾ ਨੁਸਖਾ ਹੈ, ਉਹਨੂੰ ਆ ਕੇ ਦੂਜੇ ਤੀਜੇ ਦਿਨ ਕੋ ਮਿਰਚਾਂ ਪੈ ਦਿੰਦੇ ਆ, ਲਾਲ ਮਿਰਚ ਦਈਏ ਤੇ ਉਹਦੇ ਨਾਲ ਆਏ ਵੀ ਡੰਗਰ ਦੀ ਵਾਈ ਮਰ ਜਾਂਦੀ ਹੈ। ਇੱਕ ਉਹਨੂੰ ਆ ਜਿਹੜਾ ਆਖੀਦਾ ਥਣਾ ਨੂੰ ਕੋ ਭੈੜੇ ਦਾ ਨੁਕਸ ਹੋ ਗਿਆ, ਉਹਦੇ ਤੋਂ ਚੰਦਰੀ ਤੋਂ ਬਚਿਆ ਰਹਿੰਦਾ। ਕਰਨਾ ਜੋ ਅੱਲਾਹ ਪਾਕ ਨੇ, ਲੇਕਿਨ ਸਾਡਾ ਤੇ ਝਟਕਾ ਜਾਂ ਨੁਸਖਾ ਹੈ ਵੀ ਮੱਝ ਨੂੰ ਹਰੀ ਮਿਰਚ ਹੋਏ, ਅਦਰਕ ਹੋਏ, ਲਾਲ ਮਿਰਚ ਹੋਏ, ਜਿੰਨੀ ਵੀ ਦਿੱਤੀ ਜਾਏ ਲਵੇਰੀ ਨੂੰ ਘਾਟੇ ਉਹ ਦਿਆਂਗੇ। ਇੱਕ ਤੇ ਜਿਹੜੀ ਦੁੱਧ ਦੇ ਵਿੱਚ ਸਮੈਲ ਆਉਂਦੀ ਹੈ ਉਹ ਨਹੀਂ ਆਉਂਦੀ। ਅੱਛਾ, ਦੁੱਧ ਦੀ ਰੰਗਤ ਜਿਹੜੀ ਹੈ ਉਹ ਨਹੀਂ ਬਦਲਦੀ। अस्सलाम वालेकुम। वालेकुम अस्सलाम। हाजी अताउल्ला साहब की हाल ठीक हो? अल्लाह दा ihsan है, तुसीं सुनाओ। सारा किहड़ी जगह है? ये कामों के कलां जनाब। कामों के कलां। अच्छा कितनी देर होगी तुहानू माशाल्लाह माल डंगर का काम करदे आ? ਅਸੀਂ ਕੋਈ 25-30 ਸਾਲ ਤੋਂ ਜਨਾਬ ਇਹ ਕੰਮ ਕਰ ਰਹੇ। ਅੱਜ ਇਹ ਸਭ ਨਿਚੋੜ ਕੱਢਣਾ ਜੇ ਕਿ ਜਿਹੜੇ ਲੋਕ ਇਹ ਕੰਮ ਕਰਨਾ ਚਾਹੁੰਦੇ ਨੇ, ਕੀ ਉਹਨਾਂ ਨੂੰ ਮਸ਼ਵਰਾ ਦੇਣਾ ਚਾਹੋਗੇ, ਕਰਨ ਜਾਂ ਨਾ ਕਰਨ? ਨਹੀਂ ਕਰਨਾ ਚਾਹੀਦਾ ਜੀ, ਬੇਰੁਜ਼ਗਾਰੀ ਇਹ ਕਰਨਾ ਚਾਹੀਦਾ। ਆਪਣਾ ਜਿਸ ਤਰ੍ਹਾਂ ਟੁੱਕਰ ਕਮਾਇਆ ਜਾਂਦਾ ਕਮਾਉਣ ਤੇ ਖਾਣ, ਆਪਣਾ ਬਾਲ ਬੱਚਾ ਪਾਲਣ। ਕਿਉਂ ਨਹੀਂ ਕਰਨਾ ਚਾਹੀਦਾ? ਉਹਨਾਂ ਲੋਕਾਂ ਨੂੰ ਕੰਮ ਸਿਖਾਉਣਾ ਜੇ ਜਿਹੜੇ ਫਾਰਗ ਨੇ ਜਾਂ ਸਾਡੇ ਭਰਾ ਜਿਹੜੇ ਬਾਹਰ ਬੈਠੇ ਨੇ ਜਾਂ ਜਿਹੜੇ ਇਸ ਕੰਮ 'ਚ ਇੰਟਰਸਟਡ ਨੇ, ਉਹ ਕੰਮ ਕਰਨਾ ਚਾਹੁੰਦੇ ਨੇ, ਕਿਉਂਕਿ ਕਰੋਨਾ ਵਾਇਰਸ ਆਈਏ ਭਾਵੇਂ ਤਾਉਨ ਆਈਏ, ਇਹੋ ਜਿਹੇ ਕਾਰੋਬਾਰ ਤੇ ਅਸਰ ਨਹੀਂ ਪੈਂਦਾ। ਦੁੱਧ ਤੇ ਵਿਕਣਾ ਹੈ। ਤੇ ਉਹਨਾਂ ਲੋਕਾਂ ਨੂੰ ਜ਼ਰਾ ਕੰਮ ਦੀ ਇਜਾਜ਼ਤ ਦੱਸੋ ਮੋਟੀ ਮੋਟੀ, ਕਿ ਕਿਹੜੇ ਜਾਨਵਰ ਲੈਣ ਔਰ ਕਿਹੜੇ ਉਮਰ ਦੇ ਲੈਣ, ਯਾਨੀ ਝੋਟੀਆਂ ਲੈਣ ਜਾਂ ਸਜਰੀਆਂ ਲੈਣ। ਆਪਣੀ ਜ਼ਮੀਨ ਹੋਏ ਤੇ ਫਿਰ ਵੀ ਕੰਮ ਕਰਨ, ਜਾਂ ਆਪਣੀ ਜ਼ਮੀਨ ਨਹੀਂ ਤੇ ਫਿਰ ਨਾ ਕਰਨ। ਇਹ ਜ਼ਰਾ 2-3 ਗੱਲਾਂ ਸਾਨੂੰ ਦੱਸ ਦਿਓ। ਗੱਲ ਇਹ ਜਨਾਬ, ਇਹ ਤੇ ਆਪੋ ਆਪਣੇ ਸ਼ੌਕ ਦੀ ਗੱਲ ਹੈ ਜਾਂ ਆਪਣੇ ਜ਼ਿਹਨ ਦੀ ਗੱਲ ਹੈ। ਕਈ ਬੰਦੇ ਉਹ ਨੇ ਜਿਹੜੇ ਡੰਗਰ ਲੈ ਕੇ ਕੋਣ ਵਾਲੇ ਡੰਗਰ ਜਿਹੜੇ ਨੇ ਛੋਟੇ ਕੱਟੇ ਜਾਂ ਵੱਛੇ ਲਿਆ ਕੇ ਉਹ ਫਾਰਮ ਬਣਾ ਲੈਂਦੇ ਨੇ, ਉਹ ਪਾਲਦੇ ਨੇ ਗੋਸ਼ਤ ਵਾਲੇ ਡੰਗਰ ਜਿਹੜੇ ਨੇ ਜੀ। ਉਹਨਾਂ 'ਚ ਵੀ ਅੱਲਾਹ ਪਾਕ ਰੋਜ਼ੀ ਤੇ ਮੌਲਾ ਦੀ ਜ਼ਾਤ ਨੇ ਦੇਣੀ ਹੈ। ਹਰ ਬੰਦੇ ਨੂੰ ਦਿੰਦੀ ਹੈ ਕਿਸੇ ਨਾ ਕਿਸੇ ਹੀਲੇ ਵਸੀਲੇ ਦੇ ਨਾਲ ਇਨਸ਼ਾਅੱਲਾ। ਕਈ ਬੰਦੇ ਨੇ ਅੱਲਾਹ ਤਾਲਾ ਕਰਮ ਕਰੇ ਉਹ ਇਹਨਾਂ ਦਾ ਸ਼ੌਕ ਨਹੀਂ ਰੱਖਦੇ, ਉਹ ਦੁੱਧ ਵਾਲੇ ਜਾਨਵਰਾਂ ਦਾ ਰੱਖਦੇ ਨੇ। ਸਾਡੇ ਤੇ ਕੋਲ 4 ਡੰਗਰ 5 ਜਿਹੜੇ ਹੈ ਨੇ ਦੁੱਧ ਵਾਸਤੇ ਆਹ ਰੱਖੇ ਨੇ। ਦੁੱਧ ਦਾ ਇਹ ਹੀ ਹੈ ਵੀ ਆਪਣਾ ਉਹ ਵੀ ਸ਼ੌਕ ਦੇ ਨਾਲ ਉਹਨਾਂ ਨੂੰ ਸਾਂਭਣ ਤੇ ਦੁੱਧ ਅੱਲਾਹ ਤਾਲਾ ਰੋਜ਼ੀ ਜੂ ਦੇਣੀ ਹੈ ਕਿਸੇ ਵਸੀਲੇ ਨਾਲ। ਇਹ ਛੋਟੇ ਵੱਡੇ ਜਾ ਪਾ ਕੇ ਕਿੰਨਾ ਤੁਹਾਡੇ ਕੋਲ ਇਸ ਟਾਈਮ ਜਾਨਵਰ ਹੈ? ਮੇਰੇ ਕੋਲ ਇਸ ਵੇਲੇ 18-20 ਡੰਗਰ ਹੈ ਨੇ ਨਾ, ਛੋਟੇ ਵੱਡੇ। ਠੀਕ ਹੋ ਗਿਆ। ਤੁਹਾਡੇ ਕੋਲ ਇਸ ਟਾਈਮ ਦੁੱਧ ਦੇਣ ਵਾਲੀਆਂ ਕਿੰਨੀਆਂ ਮੱਝਾਂ ਲੈ ਰਹੀਆਂ? ਮੇਰੇ ਕੋਲ ਇਸ ਵੇਲੇ 4 ਮੱਝਾਂ ਲੈ ਰਹੀਆਂ ਨੇ, ਮੱਝਾਂ ਨੇ, ਤੇ 4 ਮੇਰੇ ਕੋਲ ਗਾਈਆਂ ਨੇ। ਉਹ ਲੈ ਰਹੀਆਂ ਨੇ ਸਾਰੀਆਂ? ਹਾਂ। ਠੀਕ ਹੋ ਗਿਆ। ਤੇ ਇਹ ਜਰਾ ਗੱਲ ਕਲੀਅਰ ਕਰਿਓ ਕਿ ਤੁਹਾਡੇ ਤਜਰਬੇ ਦੇ ਮੁਤਾਬਿਕ ਜਿਨ੍ਹਾਂ ਲੋਕਾਂ ਦੀ ਆਪਣੀ ਜ਼ਮੀਨ ਨਹੀਂ, ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਕਿ ਨਹੀਂ? ਕਿਉਂ ਨਹੀਂ ਕਰਨਾ ਚਾਹੀਦਾ ਜਨਾਬ, ਸਾਰਿਆਂ ਨੂੰ ਕਰਨਾ ਚਾਹੀਦਾ। ਇਹਦਾ ਇਹ ਤਾਂ ਨਹੀਂ ਨਾ ਮਕਸਦ ਵੀ ਜਿਨ੍ਹਾਂ ਦੀ ਜ਼ਮੀਨ ਨਹੀਂ ਉਹ ਟੁੱਕਰ ਨਹੀਂ ਖਾਂਦੇ। ਟੁੱਕਰ ਅੱਲਾਹ ਪਾਕ ਉਹਨਾਂ ਨੂੰ ਦਿੰਦਾ ਹੁੰਦਾ ਤੇ ਜ਼ਮੀਨਾਂ 'ਚ ਹੀ ਹੈ ਨਾ ਅਨਾਜ ਜਿੰਨਾ ਵੀ ਹੁੰਦਾ। ਲੇਕਿਨ ਜਿਹੜੇ ਬੇਜ਼ਮੀਨ ਨੇ ਉਹ ਵੀ ਖਾਂਦੇ ਨੇ, ਜਿਨ੍ਹਾਂ ਦੀਆਂ ਹੈ ਨੇ ਉਹ ਵੀ ਖਾਂਦੇ ਨੇ। ਬੜੀ ਗੱਲ ਹੈ, ਬੜੀ ਗੱਲ ਹੈ। ਜਿਹੜੇ ਨਹੀਂ ਆਪਣਾ ਜਿਨ੍ਹਾਂ ਦਾ ਕਾਰੋਬਾਰ ਨਹੀਂ ਜ਼ਮੀਨ, ਜਿਹੜੇ ਡੰਗਰ ਰੱਖ ਲੈਂਦੇ ਨੇ ਉਹਨਾਂ ਦੀ ਜ਼ਮੀਨ ਨਹੀਂ, ਉਹ ਵੀ ਆਪਣਾ ਬਾਹਰੋਂ ਪੱਠਾ ਦੱਥਾ ਮੁੱਲ ਲੈ ਕੇ ਪੇ ਪਾਉਂਦੇ। ਤੇ ਉਹਦੇ 'ਚ ਵੀ ਬਚਤ ਹੋ ਸਕਦੀ ਹੈ? ਕਿਉਂ ਨਹੀਂ ਹੋ ਸਕਦੀ ਜਨਾਬ, ਹਰ ਤਰ੍ਹਾਂ ਹੋ ਸਕਦੀ ਹੈ। ਸਹੀ ਹੋ ਗਿਆ। ਮੈਂ ਤਾਂ ਪਹਿਲਾਂ ਦੱਸ ਦਿੱਤਾ ਵੀ ਜਿਨ੍ਹਾਂ ਦੀ ਜ਼ਮੀਨ ਨਹੀਂ ਉਹ ਮੁੱਲ ਲੈ ਕੇ ਖਾਂਦੇ ਨੇ, ਅੱਲਾਹ ਤਾਲਾ ਉਹਨਾਂ ਨੂੰ ਕਿਤੋਂ ਨਾ ਕਿਤੋਂ ਦਿੰਦਾ ਹੀ ਹੈ ਨਾ ਕਿਸੇ ਵਸੀਲੇ ਨਾਲ। ਤੇ ਬਸ ਦਿਲ ਛੋਟਾ ਨਹੀਂ ਕਰਨਾ ਚਾਹੀਦਾ, ਦਿਲ ਛੋਟਾ ਨਹੀਂ ਕਰਨਾ ਚਾਹੀਦਾ, ਕਾਰੋਬਾਰ ਕਰਨਾ ਚਾਹੀਦਾ। ਉਹਦੇ 'ਚ ਇਹ ਨਹੀਂ ਵੇਖਣਾ ਚਾਹੀਦਾ ਵੀ ਸਾਨੂੰ ਨੁਕਸਾਨ ਹੋਏਗਾ, ਪਹਿਲਾਂ ਉਹਦਾ ਨਫਾ ਵੇਖੋ, ਨੁਕਸਾਨ ਬਾਅਦ 'ਚ ਵੇਖੋ। ਅੱਛਾ। ਤੇ ਕੁਝ ਲੋਕ ਕਹਿੰਦੇ ਨੇ ਜੇ ਅਸੀਂ ਪਹਿਲਾਂ ਹੀ ਨੁਕਸਾਨ ਵੇਖਾਂਗੇ ਵੀ ਸਾਨੂੰ ਨੁਕਸਾਨ ਹੋਏਗਾ ਤੇ ਫਿਰ ਹਾਂ ਕਾਰੋਬਾਰ ਕਾਹਦਾ ਕਰਨਾ। ਠੀਕ ਹੋ ਗਿਆ। ਬਰਕਤ ਅੱਲਾਹ ਤਾਲਾ ਨੇ ਪਾਉਣੀ। ਜ਼ਬਰਦਸਤ। ਜਿਹੜੀ ਇੱਕ ਮਫਰੂਜ਼ਾ ਆਮ ਤੌਰ ਤੇ ਮਸ਼ਹੂਰ ਹੈ ਕਿ ਪਹਿਲੇ ਨੁਕਸਾਨ ਤੇ ਫਿਰ ਨਫਾ। ਪਹਿਲਾਂ ਨੁਕਸਾਨ ਤੇ ਫਿਰ ਲੇਕਿਨ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਨੁਕਸਾਨ ਹੀ ਵੇਖਣ ਬੈ ਗਏ ਤੇ ਫਿਰ ਤੁਸੀਂ ਅੱਗੇ ਕਾਰੋਬਾਰ ਕਰਨਾ ਕਰ ਲਈ ਟੁਰ ਨਹੀਂ ਸਕਦੇ। ਫਿਰ ਅਸਾਂ ਤਾਂ ਕਰਨਾ ਹੀ ਨਹੀਂ ਵੀ ਸਾਨੂੰ ਇਹਦੇ 'ਚ ਨੁਕਸਾਨ ਨਹੀਂ ਹੋਣਾ। ਬਿਲਕੁਲ ਬਿਲਕੁਲ। ਤੇ ਜੇ ਬੰਦਾ ਨਫਾ ਵੇਖ ਕੇ ਤੇ ਨਫਾ ਵੇਖ ਕੇ ਕਰੀਏ ਤੇ ਫਿਰ ਅੱਲਾਹ ਤਾਲਾ ਕਰਮ ਕਰੇ, ਨੁਕਸਾਨ ਵੀ ਨਾਲੇ, ਨੁਕਸਾਨ ਵੀ ਉਸ ਦੇਣਾ, ਨਫਾ ਵੀ ਉਸ ਦੇਣਾ। ਯਾਨੀ ਕਿ ਪੋਜ਼ਿਟਿਵ ਰਹਿਣਾ ਚਾਹੀਦਾ। ਪੋਜ਼ਿਟਿਵ ਰਹਿਣਾ। ਸਹੀ ਹੋ ਗਿਆ। ਤੇ ਤੁਸੀਂ ਕੀ ਨਵੇਂ ਬੰਦੇ ਨੂੰ ਕੀ ਸੁਜੈਸਟ ਕਰੋਗੇ ਕਿ ਉਹ ਲਹਿਰੀਆਂ ਮੱਝਾਂ ਹੀ ਲੈ? ਨਹੀਂ ਜੀ, ਜਿਸ ਤਰ੍ਹਾਂ ਦਾ ਵੀ ਸ਼ੌਕ ਹੈ, ਲਹਿਰੀਆਂ ਮੱਝਾਂ ਜਿਹੜੀਆਂ ਨੇ ਹੁਣ ਜਿਹੜੀ ਮਾੜੀ ਤੋਂ ਮਾੜੀ ਮੱਝ ਉਹ ਵੀ ਹੁਣ 2 ਲੱਖ ਤੋਂ ਘੱਟ ਦੇ ਮਿਲਦੀ ਕੋਈ ਨਹੀਂ। ਇੱਕ ਬੰਦੇ ਦੀ ਇੰਨੀ ਕੰਪੈਸਿਟੀ ਨਹੀਂ, ਉਹ ਨਹੀਂ 2 ਲੱਖ ਦੀ ਲੈ ਸਕਦਾ, ਉਹ 2 ਲੱਖ ਦੇ 10 ਡੰਗਰ ਲੈ ਕੇ ਛੋਟੇ ਪਾ ਸਕਦਾ। ਸਹੀ। ਅੱਲਾਹ ਪਾਕ ਉਹਦੇ 'ਚ ਵੀ ਰੋਜ਼ੀ ਦਿੰਦਾ। ਠੀਕ ਹੋ ਗਿਆ। ਯਾਨੀ ਕਿ ਮਿਹਨਤ ਇਹਦੇ 'ਚ ਹੈ ਵੇ, ਉਹਦੇ 'ਚ ਮਿਹਨਤ ਹੀ ਹੈ। ਤੇ ਮਿਹਨਤ ਕੁਝ ਲੋਕ ਕਹਿੰਦੇ ਨੇ ਜੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਡੰਗਰਾਂ ਨਾਲ ਜਿਹੜਾ ਘੁਲਣਾ ਪੈਂਦਾ। ਤੁਸੀਂ ਜਰਾ ਦੱਸੋ ਮੋਟਾ ਮੋਟਾ ਕਿ ਕਿੰਨੀ ਕੁ ਇਹਦੇ 'ਚ ਮਿਹਨਤ ਦਰਕਾਰ ਹੈ?
ਕਿਹੜਾ ਕਾਰੋਬਾਰ ਹੈ ਜਨਾਬ ਜਿਹਦੇ 'ਚ ਨਹੀਂ ਘੁਲਣਾ ਪੈਂਦਾ ਜਾਂ ਜਿਹਦੇ 'ਚ ਮਿਹਨਤ ਨਹੀਂ ਹੈ? ਬੜੀ ਗੱਲ ਹੈ, ਬੜੀ ਗੱਲ ਹੈ। ਕੋਈ ਕਾਰੋਬਾਰ ਦੱਸੋ ਹਾਂ ਜਿਹਦੇ 'ਚ ਮਿਹਨਤ। ਫਰਜ਼ ਕੀਤਾ ਇੱਕ ਬੰਦਾ ਮੁਲਾਜ਼ਮ ਹੈ, ਸਵੇਰ ਉੱਠੇਗਾ ਟਾਈਮ ਨਾਲ, ਉਹ ਉਹਦੀ ਤਿਆਰੀ ਕਰੇਗਾ ਤੇ ਫੇਰ ਹੀ ਮੰਜ਼ਿਲ ਤੇ ਪਹੁੰਚੇਗਾ। ਹਾਂਜੀ ਗੱਲ ਹੈ। ਕੀ ਖਿਆਲ? ਯਾਨੀ ਮਿਹਨਤ ਕੋਲ ਨਾ ਡਰਨ। ਮਿਹਨਤ ਕੋਲੋਂ ਕਾਲੀ ਡਰਨਾ ਜਨਾਬ? ਸਹੀ। ਮਿਹਨਤ ਕਰਾਂਗੇ ਤੇ ਅੱਲਾਹ ਪਾਕ ਨੇ ਸਾਥ ਦੇਣਾ ਮਿਹਨਤ 'ਚ। ਤੇ ਉਹ ਕਾਰੋਬਾਰ ਐਸਾ ਹੈ ਜਿਹਦੇ 'ਚ ਮਿਹਨਤ ਨਹੀਂ ਹੁੰਦੀ। ਥੋੜੀ ਕੀ ਤੇ ਬਹੁਤੀ ਕੀ, ਮਿਹਨਤ ਕੋਲ ਨਹੀਂ ਡਰਨਾ। ਔਰ ਅਗਰ ਬਹੁਤੀ ਮਿਹਨਤ ਇਹਦੇ ਵਿੱਚ ਤਾਂ ਫਿਰ ਫਾਇਦਾ ਵੀ ਬਹੁਤ ਹੈ। ਬਿਲਕੁਲ ਸਹੀ ਹੋ ਗਿਆ। ਅੱਛਾ ਭਾਈ ਸਾਹਿਬ, ਅਗਰ ਡੰਗਰ ਤੁਹਾਡਾ ਕਿਤੇ ਬਿਮਾਰ ਹੋਈਏ, ਖੁਦਾ ਨਾ ਹਾਸਤਾ, ਤਾਂ ਫਿਰ ਕੀ ਕਰਦੇ ਹੋ? ਅੱਛਾ, ਜਿਹੜਾ ਛੋਟਾ ਮੋਟਾ ਕੰਮ ਹੈ, ਡੰਗਰ ਦੇ ਬਾਜੋ ਕਿ ਡੰਗਰ ਪੱਠੇ ਨਹੀਂ ਖਾਂਦਾ, ਅਸੀਂ ਦੇਸੀ ਜਿਹਾ ਨੁਸਖਾ ਹੈ, ਉਹਨੂੰ ਆ ਕੇ ਦੂਜੇ ਤੀਜੇ ਦਿਨ ਕੋ ਮਿਰਚਾਂ ਪੈ ਦਿੰਦੇ ਆ, ਲਾਲ ਮਿਰਚ ਦਈਏ ਤੇ ਉਹਦੇ ਨਾਲ ਆ ਵੀ ਡੰਗਰ ਦੀ ਵਾਈ ਮਰ ਜਾਂਦੀ ਹੈ। ਇੱਕ ਉਹਨੂੰ ਆ ਜਿਹੜਾ ਆਖੀਦਾ ਥਣਾ ਨੂੰ ਕੋ ਭੈੜੇ ਦਾ ਨੁਕਸ ਹੋ ਗਿਆ, ਉਹਦੇ ਤੋਂ ਚੰਦਰੀ ਤੋਂ ਬਚਿਆ ਰਹਿੰਦਾ। ਕਰਨਾ ਜੋ ਅੱਲਾਹ ਪਾਕ ਨੇ ਵੇ, ਲੇਕਿਨ ਸਾਡਾ ਤੇ ਝਟਕਾ ਜਿਹਾ ਨੁਸਖਾ ਹੈ ਵੀ ਮੱਝ ਨੂੰ ਹਰੀ ਮਿਰਚ ਹੋਏ, ਅਦਰਕ ਹੋਏ, ਲਾਲ ਮਿਰਚ ਹੋਏ, ਜਿੰਨੀ ਵੀ ਦਿੱਤੀ ਜਾਏ ਲਵੇਰੀ ਨੂੰ ਘਾਟੇ ਉਹ ਦਿਆਂਗੇ। ਇੱਕ ਤੇ ਉਹ ਜਿਹੜੀ ਦੁੱਧ ਦੇ ਵਿੱਚ ਸਮੈਲ ਆਉਂਦੀ ਹੈ ਉਹ ਨਹੀਂ ਆਉਂਦੀ। ਅੱਛਾ, ਦੁੱਧ ਦੀ ਰੰਗਤ ਜਿਹੜੀ ਹੈ ਉਹ ਨਹੀਂ ਬਦਲਦੀ। ਇਹ ਬੜਾ ਮਸਲਾ ਜੇ ਭਾਈ ਸਾਹਿਬ, ਬੜੇ ਲੋਕ ਸਾਨੂੰ ਪੁੱਛਦੇ ਜਿਹੜੀ ਸਾਡੇ ਦੁੱਧ 'ਚੋਂ ਸਮੈਲ ਆਉਂਦੀ ਹੈ। ਸਮੈਲ ਸਿਰਫ ਵਾਈ ਦੀ ਵਜ੍ਹਾ ਤੋਂ ਆਉਂਦੀ ਹੈ। ਜਿਹੜੇ ਡੰਗਰ ਨੂੰ ਵਾਈ ਹੁੰਦੀ ਹੈ ਉਸ ਦੁੱਧ 'ਚੋਂ ਸਮੈਲ ਆਉਂਦੀ ਹੈ, ਨਹੀਂ ਤੇ ਦੁੱਧ ਨੂਰ ਖੁਦਾ ਦਾ, ਇਹਦੇ 'ਚੋਂ ਸਮੈਲ ਨਹੀਂ ਆਉਂਦੀ। ਕੀ ਬਾਤ ਹੈ। ਤੇ ਜਿਹੜੇ ਆਂਦੇ ਨੇ ਜੀ ਰੰਗ ਬਦਲ ਜਾਂਦਾ ਦੁੱਧ ਦਾ? ਰੰਗ ਵੀ ਨਹੀਂ ਬਦਲਦਾ ਕੋਈ ਵੀ। ਆਗ ਜਾ ਕੇ ਵਲੈਤੀ ਗਾਈਆਂ ਜਿਹੜੀਆਂ ਨੇ ਉਹਨਾਂ ਦੇ ਦੁੱਧ ਦੀ ਰੰਗਤ ਕੋਈ ਥੋੜੀ ਹੋਰ ਹੁੰਦੀ ਹੈ, ਬਾਕੀ ਕੋਈ ਰੰਗ ਨਹੀਂ ਬਦਲਦਾ। ਅੱਛਾ, ਰੰਗ ਕਿਸੇ ਸੂਰਤ ਨਹੀਂ ਬਦਲਦਾ, ਸਿਰਫ ਸਮੈਲ ਵਾਲੀ ਗੱਲ ਜ਼ਰੂਰ ਹੈ। ਉਹ ਡੰਗਰ ਵਾਈ ਦੀ ਵਜ੍ਹਾ ਤੋਂ। ਉਹ ਵਾਈ ਵਾਸਤੇ ਮਿਰਚਾਂ? ਉਹਦੇ ਵਾਸਤੇ ਜਟਕਾ ਨੁਸਖਾ ਤੇ ਮਿਰਚਾਂ ਹੀ ਹੈ, ਤੇ ਉਂਝ ਡਾਕਟਰੀ ਨੁਸਖੇ ਉਹ ਜਿਵੇਂ ਮਰਜ਼ੀ ਪੇਟ ਟੀਕੇ ਜੀ। ਨਹੀਂ, ਤੁਹਾਡੇ ਤਜਰਬੇ ਜਿਹੜੀ ਗੱਲ ਆਈ ਹੈ ਕਿ ਅਗਰ ਮਿਰਚਾਂ ਦਈਏ, ਸਬਜ਼ ਮਿਰਚਾਂ ਜਾਂ ਦਾਦੜ ਮਿਰਚਾਂ ਦਈਏ, ਤੇ ਫਿਰ ਦੁੱਧ 'ਚੋਂ ਸਮੈਲ ਨਹੀਂ ਆਉਂਦੀ? ਨਹੀਂ ਆਉਂਦੀ। ਤੇ ਜਿਹੜੇ ਸਾਡੇ ਕਿਸਾਨ ਭਰਾ ਸੁਣਦੇ ਨੇ ਵੀ ਉਹ ਇਹ ਗੱਲ ਆਪਣੇ ਪੱਲੇ ਬੰਨ ਲੈਣ ਕਿ ਇਹਨਾਂ ਨੂੰ ਅਸੀਂ ਮਿਰਚਾਂ ਦੇਣੀਆਂ, ਅਸੀਂ ਡੰਗਰਾਂ ਨੂੰ ਮਿਰਚਾਂ ਦੇਣੀਆਂ। ਤੇ ਕਿੰਨੀ ਕੁ ਮਿਰਚ ਜਿਹੜੀ ਉਹ ਦੇਣੀ ਚਾਹੀਦੀ ਹੈ ਦਿਹਾੜੀ ਦੀ? ਮੈਂ ਤੇ ਨਹੀਂ, ਦਿਹਾੜੀ ਦੀ ਗੱਲ ਜਿਹੜੀ ਇੱਕ ਟਾਈਮ ਤੇ ਮੈਂ ਤੇ ਪਾ ਮਿਰਚਾਂ ਮੱਝ ਨੂੰ ਦੇ ਦੇਣਾ। ਅੱਛਾ, ਇੱਕ ਪਾਈਆ ਮੱਝ ਨੂੰ ਲਾਲ ਮਿਰਚ ਜਿਹੜੀ ਇਹਨਾਂ ਨੂੰ ਦੇ ਛੱਡਣਾ। ਠੀਕ ਹੈ। ਇਹ ਕਿਹੜੇ ਟਾਈਮ ਦਿੰਦੇ, ਸਵੇਰ ਜਾਂ ਸ਼ਾਮ? ਸ਼ਾਮ ਨੂੰ ਦੇ ਦੇਈਦੀ ਹੈ ਜਦੋਂ ਪਿਛਾ ਮਰਨਾ। ਸਵੇਰ ਵੀ ਦੇਣੀ ਹੋਏ ਤੇ ਆਪਣਾ ਪਾਣੀ ਡਾਇਆ, ਤੇ ਜਦੋਂ ਸਮਝਿਆ ਵੀ ਹੁਣ ਡੰਗਰ ਨੂੰ ਪਿਛਾ ਮਰਨਾ, ਪੱਠਿਆਂ ਤੋਂ ਪਾਣੀ ਡਾਹ ਕੇ ਉਦੋਂ ਦੇ ਦਿਓ। ਸਹੀ ਹੈ। ਤੇ ਇਹ ਦੇਣੀ ਕਿਸ ਤਰ੍ਹਾਂ? ਯਾਨੀ ਕੁਛ ਆਂਦੇ ਨੇ ਜੇ ਉਹ ਦੇਣ ਲੱਗਿਆ ਉਹ ਦਿਮਾਗ ਨੂੰ ਲੱਗ ਜਾਂਦੀ ਹੈ, ਕੋਈ ਉਹਦਾ ਧੂੜ ਜਿਹੜੀ ਹੁੰਦੀ ਹੈ, ਤੇ ਫਿਰ ਡੰਗਰ ਨੂੰ ਅਥਰੂ ਆ ਜਾਂਦਾ। ਉਹਦੇ ਵਿੱਚ ਜਿਹੜੀ ਹੈ ਜੇ ਤੇ ਇਹ ਡਰ ਹੋਏ ਤੇ ਫਿਰ ਕਈ ਬੰਦੇ ਨੇ ਉਹ ਇਸ ਤਰ੍ਹਾਂ ਰੋਟੀ ਦੇ ਵਿੱਚ ਜਰਾ ਰੋਟੀ ਨੂੰ ਮਸ ਲੈਣਾ ਘਿਓ ਦੇ ਵਿੱਚ, ਜਾਂ ਜੇ ਤੇ ਨਹੀਂ ਤਫੀਕ ਤੇ ਪਾਣੀ ਉੱਤੇ ਲਾ ਲਓ, ਭਈ ਮਿਰਚ ਜਿਹੜੀ ਹੈ ਗਿੱਲੀ ਹੋ ਜੇ, ਤੇ ਸੁੱਕੀ ਮਿਰਚ ਜਿਹੜੀ ਹੈ ਉਹ ਗਲੇ ਨਾਲ ਵੀ ਲੱਗਣ ਦਾ ਉਹਦਾ ਡਰ ਹੁੰਦਾ ਹੈ। ਜਿਹੜੀ ਪੀਸੀ ਮਿਰਚ ਹੈ ਜਿਹੜੀ ਉਹ ਤੇ ਬਹੁਤ ਹੀ ਖਤਰਨਾਕ ਹੈ। ਜਿਹੜੀ ਦਾਦੜੇ ਉਹਦੀ ਨਿਸਬਤ ਅੱਛੀ ਹੈ। ਜੇ ਇਹਨੂੰ ਆਪਣਾ ਉਹਦੇ ਵਿੱਚ ਰੋਟੀ ਦੇ ਉੱਤੇ ਵਾਲ ਕੇ ਤੇ ਵਿੱਚ ਜਿਵੇਂ ਬੁਰਕੀ ਬਣਾ ਕੇ ਤੇ ਦੇ ਦਿਓ। ਤੇ ਇਹ ਮਿਰਚ ਦਾ ਕੋਈ ਹੋਰ ਵੀ ਫਾਇਦਾ ਹੁੰਦਾ ਜੇ ਘੋਲ ਕੇ ਦਈਏ ਤੇ ਤਾਂ ਵੀ ਉਹ ਵੀ ਨਫਾ ਨੁਕਸਾਨ ਜੋ ਵੀ ਹੈ ਅੱਲਾ ਦੇ ਹੱਥ ਵਾਸਤੇ। ਕਈ ਬੰਦੇ ਘੋਲ ਕੇ ਦਿੰਦੇ ਨੇ ਤਾਂ ਵੀ ਬੱਚੇ ਰਹਿੰਦੇ ਨੇ, ਕਈ ਐਵੇਂ ਬਹਾਨਾ ਬਣ ਜਾਂਦਾ ਪਿਆ ਬਈ ਇਸ ਤਰ੍ਹਾਂ ਨੁਕਸ ਹੋ ਗਿਆ। ਸਹੀ ਹੈ। ਮੈਂ ਕਹਿੰਦਾ ਕਿ ਮਿਰਚ ਦੇ ਜੇ ਡਰ ਹੋਏ ਤੇ ਅਦਰਕ ਤੇ ਲਾਲ ਮਿਰਚ, ਹਰੀ ਮਿਰਚ ਜਿਹੜੀ ਉਹ ਕੁੱਟ ਕੇ ਦੇ ਜੋ ਪੁੜੀ ਬਣਾ ਕੇ। ਠੀਕ ਹੋ ਗਿਆ। ਤੇ ਜਿਹੜਾ ਅਖਬਾਰ ਦਾ ਕਾਗਜ਼ ਹੈ ਜਾਂ ਕਾਪੀ ਦਾ ਕਾਗਜ਼ ਹੈ ਉਹਦੇ ਵਿੱਚ ਵਲੇਟ ਕੇ ਦੇ ਦਿਓ ਤੇ ਉਹ ਬੈਸਟ ਹੈ ਇਸ ਵਾਸਤੇ ਵੀ ਉਹ ਜਿਹੜਾ ਨਾ ਉਹ ਗਲ ਸੜ ਜਾਂਦਾ ਹੈ। ਜਿਹੜਾ ਛਾਪਰ ਹੈ ਇਹ ਨਹੀਂ ਠੀਕ, ਇਹ ਮੁਨਾਸਬ ਨਹੀਂ ਇਹਦੇ ਵਿੱਚ ਦੇਣਾ। ਤੇ ਭਾਈ ਸਾਹਿਬ, ਕੁਝ ਲੋਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਮਿਰਚ ਨਹੀਂ ਦੇਣੀ ਚਾਹੀਦੀ, ਤੁਹਾਡਾ ਕੀ ਖਿਆਲ ਹੈ? ਮੈਂ ਤੇ ਆਨਾ ਜੀ ਲਵੇਰੀ ਨੂੰ ਜਿੰਨੀ ਵੀ ਦੇ ਲਓ ਥੋੜੀ। ਕੀ ਬਾਤ ਹੈ। ਇਹਦਾ ਨੁਕਸਾਨ ਕੋਈ ਨਹੀਂ? ਨਹੀਂ, ਇਹਦਾ ਕੋਈ ਨੁਕਸਾਨ। ਤੇ ਇਹ ਕੁਝ ਲੋਕ ਕਹਿੰਦੇ ਨੇ ਜੀ ਮਿਰਚ ਬਹੁਤੀ ਦਈਏ ਤੇ ਜਾਨਵਰ ਉਹ ਮਤਲਬ ਬਿਮਾਰ ਹੁੰਦਾ ਹੈ ਜਾਂ ਉਹਦੇ ਵਿੱਚ ਕੋਈ ਮਾਮਲਾ ਬਣ ਜਾਂਦੇ ਨੇ, ਲੇਕਿਨ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਮਿਰਚ ਬਹੁਤ ਜ਼ਿਆਦਾ ਦਈਏ ਤੇ ਉਹ ਨਾ ਸਿਰਫ ਵਾਈਬਾ ਦੀ ਹੋਰ ਵੀ ਕੋਈ ਜਿਸਮ 'ਚ ਕੋਈ ਬਿਮਾਰੀ ਹੁੰਦੀ ਉਹ ਵੀ ਨਿਕਲ ਜਾਂਦੀ ਹੈ। ਗੱਲ ਸਹੀ ਹੈ? ਆਪਣਾ ਤੇ ਤਜਰਬਾ ਵੀ ਸਹੀ ਹੈ। ਠੀਕ ਹੈ। ਤੇ ਭਾਈ ਸਾਹਿਬ, ਇਸ ਤੋਂ ਇਲਾਵਾ ਕੋਈ ਜ਼ਰੂਰੀ ਗੱਲ ਜਿਹੜਾ ਤੁਸੀਂ ਮਸ਼ਵਰਾ ਤਨ ਕਿਸੇ ਬੰਦੇ ਨੂੰ ਦੇਣਾ ਚਾਹੋ ਕਿ ਬਈ ਡੰਗਰ ਰੱਖਣੇ ਨੇ ਤੇ ਉਹ ਜਗ੍ਹਾ ਕਿਸ ਤਰ੍ਹਾਂ ਦੀ ਹੋਏ, ਪੱਕੀ ਜਗ੍ਹਾ ਜਾਂ ਸੁੱਕੀ ਜਗ੍ਹਾ, ਜਾਂ ਇੱਕ ਡੰਗਰ ਵਾਸਤੇ ਕਿੰਨੀ ਜਗ੍ਹਾ ਹੋਣੀ ਚਾਹੀਦੀ? ਜਗ੍ਹਾ ਪੱਕੀ ਹੋਣੀ ਵੀ ਜ਼ਰੂਰੀ ਹੈ ਤੇ ਸੁੱਕੀ ਹੋਣੀ ਵੀ ਜ਼ਰੂਰੀ ਹੈ। ਪੱਕੀ ਜਿਹੜੀ ਹੈ ਉਹ ਇਸ ਵਾਸਤੇ ਜ਼ਰੂਰੀ ਹੈ ਵੀ ਜਿਵੇਂ ਹੁਣ ਸਰਦੀਆਂ ਨੇ ਤੇ ਇਹਦੇ ਵਿੱਚ ਕੱਚੀ ਜਗ੍ਹਾ ਜਿਹੜੀ ਹੈ ਉਹ ਤੇ ਆਪਣਾ ਗਾਰਾ ਹੀ ਬਣ ਜਾਂਦਾ। ਉਹਦੇ ਵਾਸਤੇ ਪੱਕੀ ਹੋਣੀ ਜ਼ਰੂਰੀ ਹੈ। ਉਹਦੇ ਆਪਣਾ ਕੱਚੀ ਜਿਹੜੀ ਹੈ ਉਹ ਵੀ ਜ਼ਰੂਰੀ ਹੈ ਵੀ ਪੱਕੇ ਥਾਂ ਤੇ ਡੰਗਰ ਰੱਖ ਜਾਂਦਾ, ਕੱਚੇ ਥਾਂ ਤੇ ਸੁੱਖ ਨਾਲ ਬਹਿ ਜਾਂਦਾ। ਸਹੀ ਹੋ ਗਿਆ। ਇਹ ਦੱਸੋ ਕਿ ਜਿਹੜੀ ਇੱਕ ਮੱਝ ਵਾਸਤੇ ਕਿੰਨੇ ਪੱਠੇ ਹੋਣੇ ਚਾਹੀਦੇ ਨੇ ਸੀਜ਼ਨ ਦੇ? ਉਹਦੇ ਵਾਸਤੇ ਕਿੰਨੇ ਪੱਠੇ ਬੀਜੀਏ ਬਾਹਰ? ਗੱਲ ਇਹ ਜੀ ਵੀ ਇਹ ਹੁਣ ਕਰਾਚੀ ਵਾਲੇ ਪਾਸੇ ਨੇ ਉਹ ਲੋਕ ਪੱਠੇ ਹਰਾ ਪਾਉਂਦੇ ਹੀ ਨਹੀਂ, ਉਹ ਤੂੜੀ ਪਾਉਂਦੇ ਨੇ ਤੇ ਉੱਤੇ ਵੰਡਾ ਮੁੱਠ ਪਾ ਛੱਡਦੇ ਨੇ ਤੇ ਅੱਲਾ ਦੇ ਖੈਰ ਜਾਂ ਅੱਲਾ ਉਹਦੇ ਵਾਸਤੇ ਪੱਠੇ ਕੋਈ ਨਹੀਂ। ਉਹ ਆਉਂਦੇ ਨੇ ਜੀ ਹਰਾ ਸਾਨੂੰ ਜੀ ਨੁਕਸਾਨ ਦਿੰਦਾ। ਅੱਛਾ। ਤੇ ਜਿਹੜੇ ਇੱਧਰ ਅਸੀਂ ਆ ਤੇ ਅਸੀਂ ਤੇ ਆਪਣਾ 20 ਥਾਂ ਦਾ ਦੋ ਡੰਗਰਾਂ ਵਾਸਤੇ ਬਿਜਲੀ ਛਡਾਲੇ ਦਾ ਤਾਂ ਸਰ ਜਾਂਦਾ ਤੇ ਉਹ ਵੀ ਬਾਜ ਇਹ ਤੇ ਅੱਲਾ ਨਾਲ ਭੰਜਾਲੀ ਇਹਨਾਂ ਨਾ ਫੱਬਣ ਤੇ ਉਹ ਵੀ ਰਹਿ ਗਏ। ਬਿਲਕੁਲ। ਇਹਦੇ ਚ ਕਿਹੜਾ ਇਹਦੇ ਚ ਵੀ ਕੋਈ ਇਹ ਨਹੀਂ। ਸਹੀ, ਯਾਨੀ ਕਿ ਪੱਠਾ ਅਗਰ ਕੋਈ ਬੰਦਾ ਨਹੀਂ ਵੀ ਪਾ ਸਕਦਾ ਹਰਾ, ਬਿਲਕੁਲ ਤੂੜੀ ਤੇ ਵੀ ਕੰਮ ਚਲਾ ਸਕਦਾ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਸਾਹਿਬ, ਤੁਸੀਂ ਬੜੀ ਅਹਿਮ ਗੱਲਾਂ ਦੱਸੀਆਂ ਨੇ, ਖਾਸ ਤੌਰ ਤੇ ਦੁੱਧ ਦੇ ਹਵਾਲੇ ਨਾਲ ਕਿ ਉਹਦਾ ਜਿਹੜਾ ਅਕਸਰ ਲੋਕ ਕਹਿੰਦੇ ਨੇ ਜੀ ਉਹਦੇ 'ਚੋਂ ਸਮੈਲ ਆਉਂਦੀ ਹੈ
ਤੇ ਉਮੀਦ ਹੈ ਕਿ ਲੋਕ ਅਗਰ ਮਿਰਚਾਂ ਦੇਣਗੇ ਤੇ ਉਹਨਾਂ ਦੇ ਵੀ ਇਹ ਮਾਮਲਾ ਹੱਲ ਹੋ ਜਾਏਗਾ। ਹਾਂਜੀ, ਦੂਜੇ ਤੀਜੇ ਦਿਨ ਮਿਰਚ ਪਾ ਦਿੱਤੀ ਜਾਏ ਨਾ ਤੇ ਸਮੈਲ ਸਮੂਲ ਨਹੀਂ ਹੁੰਦੀ ਜਨਾਬ, ਆਪਣਾ ਇਹ ਤਜਰਬਾ ਹੈ। ਸਹੀ ਹੋ ਗਿਆ। ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ।